परम परावरनाथ जुगल चरणन मम बंदना तार कर माथ नमस्कार गुरुदेव को सतनाम जिस मंत्र सुनाया अवजल विचों कढ़ के मुक्त पदार्थ माहे समाया अवजल विचों कढ़ के मुक्त पदार्थ माहे समाया। सतगुरु जी की साजी नवाजी परम सत्कारयोग गुरु खालसा साध संगत जी, अमृत के दाते सर्वंस दानी पंथ दे बाली बादशाह दरवेश कलगीधर पिता जी की बख्शिश की हुई गुरु फतेह दास वालों हाथ जोड़ के शीश नवा के निमरता सहत भलाई प्रवान होवे जी। वाहिगुरू जी का खालसा वाहिगुरू जी की फतेह। परम सत्कारयोग गुरु खालसा साध संगत जी, सतगुरु जी ने महान कृपा की है साढ़े सारियां ते अपने चरणों में बैठ के हाजरियां भरन दा सत संगत करन दा सुभाग शुभ अवसर प्रदान किया है। सतगुरु जी का कोटान कोट धन्यवाद है, शुक्र है। परम सत्कारयोग साध संगत जी, बहुत ही कीमती समा है ये जो सत संगत बैठ के हाजरियां भर रहे हाँ अते परिपूर्ण काल पुरख अंतरजामी वाहिगुरू जी ने जो जीवन जिंदगी का समा सानू सारियां नू बख्शिश किया है, बहुत कीमती समा है। पहले युगों में जिस प्रकार सतगुरु जी फरमा रहे हैं सतयुग सत तेता जगी द्वापर पूजा चार तीनों युग तीनों दिड़े कल केवल नाम आधार। ये जो कलयुग का समा है जीवन जिंदगी का समा है, केवल तक केवल नाम बीजण की रुत है। जेड़ी रुत होवे जे ओहो ही बीज बीजा जावे, बीजा है बीज उगदा है पौधा बनता है, उन्होंने फुल लगते हैं फल लगते हैं, असी मालो माल हो जाते हाँ, साडा कारोबार भर जाता है। जे कोई रुत होर होवे बीज कोई होर बीजी जाइए लाभ होना तो एक पासे रहा, बीजा होया बीज भी निष्फल चले जाता है, लाभ कुछ भी प्राप्त नहीं होता। सतगुरु जी फरमा रहे हैं कुरुता बीज बीजा नहीं जमै सब लाहा मूल गवाएंदा। गज के आखो सतनाम श्री वाहिगुरु। कलगीधर पिता जी के चरणों में गुरसिखा ने बेनती की, पातशाह जदों असी दूजे धर्मां दे ग्रंथ पढ़ते हाँ सुनते हाँ उन्होंने इहो ही लिखा होया पढ़न नूं सुनन नूं प्राप्त होंदा है, कर्म करो कर्म करो कर्म करो।
ਜਦੋਂ ਅਸੀਂ ਆਪ ਜੀ ਦੇ ਚਰਨਾਂ ਵਿੱਚ ਆਉਂਦੇ ਹਾਂ, ਗੁਰੂ ਘਰ ਵਿੱਚ ਆਉਂਦੇ ਹਾਂ, ਗੁਰੂ ਕੀ ਬਾਣੀ ਪੜ੍ਹਦੇ ਹਾਂ, ਇੱਥੇ ਕੇਵਲ ਇਹੋ ਹੀ ਪਾਵਨ ਪਵਿੱਤਰ ਉਪਦੇਸ਼ ਪ੍ਰਾਪਤ ਹੁੰਦਾ ਹੈ। ਨਾਮ ਜਪੋ, ਨਾਮ ਜਪੋ, ਨਾਮ ਜਪੋ। ਨਿਰੇ ਕਰਮ ਕਾਂਡ ਕਰਨ ਦਾ ਕੀ ਫਲ ਹੈ, ਮਹਾਤਮ ਹੈ, ਅਤੇ ਨਾਮ ਜਪਣ ਦਾ ਕੀ ਮਹਾਤਮ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਇੱਕ ਕਾਗਜ਼ ਲਿਆਓ, ਕਲਮ ਲਿਆਓ। ਲੈ ਆਂਦਾ ਗਿਆ। ਸਤਿਗੁਰੂ ਜੀ ਨੇ ਬਚਨ ਕੀਤੇ, ਕਹਿਣ ਲੱਗੇ ਲਿਖੋ, 0 ਲਿਖੋ, 0 ਲਿਖ ਦਿੱਤੀ ਗਈ। ਪੁੱਛਿਆ ਇਹਦੀ ਕੀ ਕੀਮਤ ਬਣੀ ਹੈ? ਪਾਤਸ਼ਾਹ ਇਹਦੀ ਕੋਈ ਕੀਮਤ ਨਹੀਂ, ਇਹ ਤਾਂ 0 ਹੈ, 0 ਹੈ। 2 ਲਿਖੋ, 10 ਲਿਖੋ। ਲਿਖ ਦਿੱਤੀਆਂ ਗਈਆਂ। ਫਿਰ ਪੁੱਛਿਆ ਇਹ ਜੋ 0 ਹਨ, 0 ਹਨ, ਇਹਨਾਂ ਦੀ ਕੀ ਕੀਮਤ ਹੈ? ਪਾਤਸ਼ਾਹ 0 0 ਹੈ, ਇਹਨਾਂ ਦੀ ਕੋਈ ਕੀਮਤ ਨਹੀਂ। ਪਾਤਸ਼ਾਹ ਜੀ ਕਹਿਣ ਲੱਗੇ ਮੇਟ ਦਿਓ। ਫਿਰ ਲਿਖੋ 1, ਫਿਰ ਲਿਖੋ 0। ਪੁੱਛਿਆ ਕੀ ਬਣਿਆ ਹੈ? ਗਰੀਬਨ ਬਾਜ ਪਾਤਸ਼ਾਹ 10। ਇੱਕ ਹੋਰ ਲਿਖ ਦਿਓ 100, ਇੱਕ ਹੋਰ ਲਿਖ ਦਿਓ 1000, ਇੱਕ ਹੋਰ 0 ਪਾਉਣ ਦੇ ਨਾਲ 10,000। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨ ਲੱਗੇ, ਗੁਰਸਿੱਖੋ ਤੁਹਾਡੀ ਸਮਝ ਵਿੱਚ ਇਹ ਗੱਲ ਆ ਗਈ ਹੋਵੇਗੀ ਕਿ ਕੀ ਕਾਰਨ ਹੈ ਇੱਕ 0 0 ਲਿਖਣ ਦੇ ਨਾਲ 10 ਗੁਣਾ ਕੀਮਤ ਵੱਧਦੀ ਜਾ ਰਹੀ ਹੈ। ਕਿਉਂਕਿ ਆਦਿ ਵਿੱਚ ਇੱਕ ਲਿਖਿਆ ਹੋਇਆ ਹੈ, ਇੱਕ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਨਿਰਾ ਜੋ ਕਰਮ ਕਾਂਡ ਹੈ ਉਹ 0 ਹੈ, 0 ਹੈ, ਉਹਦੀ ਕੋਈ ਕੀਮਤ ਨਹੀਂ। ਨਾਮ ਜਪਣ ਦੇ ਨਾਲ ਨਾਲ ਸ਼ੁਭ ਕਰਮ ਕਰਨੇ, ਸ੍ਰੇਸ਼ਟ ਕਰਮ ਕਰਨੇ, ਉਹ ਸਿਮਰਨ ਸਾਧਨਾ ਕਰਨ ਵਾਲੇ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰਿਆਂ ਨੂੰ ਸਹਾਇਕ ਸਿੱਧ ਹੁੰਦੇ ਹਨ। ਜਿਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧਰਮ ਜਿਹੜਾ ਸ਼ਬਦ ਹੈ ਸਾਧ ਸੰਗਤ ਜੀ, ਇਹ ਧਰੇ ਧਾਤੂ ਤੋਂ ਬਣਿਆ ਹੈ, ਸੰਸਕ੍ਰਿਤ ਦਾ ਸ਼ਬਦ ਹੈ। ਧਰੇ ਤੋਂ ਭਾਵ ਹੈ ਆਸਰਾ, ਜਿਹਦੇ ਆਸਰੇ ਤੇ ਸਾਰਾ ਬ੍ਰਹਿਮੰਡ ਖੜਾ ਹੈ, ਸਾਰੀ ਸ੍ਰਿਸ਼ਟੀ ਜਿਹਦੇ ਆਸਰੇ ਤੇ ਖੜੀ ਹੈ। ਸਿੱਧਾ ਨੇ ਪੁੱਛਿਆ ਸਤਿਗੁਰੂ ਗਰੀਬਨ ਬਾਜ ਪਾਤਸ਼ਾਹ, ਸਾਨੂੰ ਤਾਂ ਇਸ ਗੱਲ ਦਾ ਪਤਾ ਹੈ ਕਿ ਇਹ ਸਾਰੀ ਸ੍ਰਿਸ਼ਟੀ ਦਾ ਭਾਰ ਇੱਕ ਬਲਦ ਨੇ ਆਪਣੇ ਸਿੰਘਾਂ ਉੱਪਰ ਚੁੱਕਿਆ ਹੋਇਆ ਹੈ। ਆਪ ਜੀ ਦਾ ਕੀ ਵਿਚਾਰ ਹੈ ਇਹਦੇ ਬਾਰੇ? ਹਜ਼ੂਰ ਫਰਮਾਉਣ ਲੱਗੇ, ਕਹਿਣ ਲੱਗੇ ਸਿੱਧੋ ਮਹਾਂਪੁਰਖੋ, ਇਹ ਠੀਕ ਹੈ, ਜਿੰਨਾ ਤੁਸੀਂ ਪੜ੍ਹਿਆ ਹੈ, ਜਿੰਨਾ ਸੁਣਿਆ ਹੈ, ਤੁਹਾਨੂੰ ਓਨਾ ਹੀ ਪਤਾ ਹੈ। ਪਰ ਇਹ ਦੱਸਣ ਦੀ ਖੇਚਲ ਕਰੋ, ਇੱਕ ਬ੍ਰਹਿਮੰਡ ਦਾ, ਇੱਕ ਧਰਤੀ ਦਾ ਤਾਂ ਭਾਰ ਵਰਦ ਨੇ ਚੱਕਿਆ ਹੋਇਆ ਹੈ। ਉਹਦੇ ਥੱਲੇ ਹੋਰ ਧਰਤੀ ਹੈ, ਉਹਦੇ ਥੱਲੇ ਹੋਰ ਧਰਤੀ ਹੈ, ਧਰਤੀ ਹੋਰ, ਪਰੈ ਹੋਰ, ਇਸ ਤੇ ਭਾਰ ਤਲ ਹੈ ਕਵਣ ਜੋਰ। ਪਾਤਸ਼ਾਹ ਸਾਨੂੰ ਇਹਦੇ ਬਾਰੇ ਗਿਆਨ ਨਹੀਂ, ਆਪ ਜੀ ਕਿਰਪਾ ਕਰਕੇ ਦੱਸੋ। ਗਰੀਬਨ ਬਾਜ ਪਾਤਸ਼ਾਹ ਕਹਿਣ ਲੱਗੇ, ਉਹ ਧਰਮ ਰੂਪੀ ਧੌਲ ਹੈ, ਜਿਹਦੇ ਆਸਰੇ ਤੇ ਸਾਰਾ ਬ੍ਰਹਿਮੰਡ ਖੜਾ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ। ਜੇ ਧਰਮ ਨਾ ਹੋਵੇ
ਤਾਂ ਕੁਝ ਵੀ ਨਾ ਹੋਵੇ। ਸਾਧ ਸੰਗਤ ਜੀ, ਧਰਮ ਜਿਹੜਾ ਹੈ ਉਹ ਦਇਆ ਵਿੱਚੋਂ ਪ੍ਰਗਟ ਹੁੰਦਾ ਹੈ। ਇਸ ਕਰਕੇ ਕਲਗੀਧਰ ਪਿਤਾ ਜੀ ਨੇ ਜਦੋਂ ਖਾਲਸੇ ਪੰਥ ਦੀ ਸਾਜਨਾ ਕਰਨੀ ਸੀ, ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟ ਕਰਨਾ ਸੀ, ਤਾਂ ਗਰੀਬਨ ਬਾਜ ਪਾਤਸ਼ਾਹ ਜੀ ਨੇ ਪਹਿਲਾਂ ਦਇਆ ਨੂੰ ਬੁਲਾਇਆ, ਉਹਦੇ ਬਾਅਦ ਫਿਰ ਧਰਮ ਨੂੰ ਸੱਦਿਆ। ਦਇਆ ਤੇ ਧਰਮ ਦੋ ਗੁਣ ਜਿਸ ਗੁਰਸਿੱਖ ਦੇ ਜੀਵਨ ਵਿੱਚ ਆ ਜਾਂਦੇ ਹਨ, ਫਿਰ ਹਿੰਮਤ ਕੀ ਹੈ? ਆਤਮਿਕ ਸ਼ਕਤੀ। ਚਾਰ ਪ੍ਰਕਾਰ ਦਾ ਬਲ ਹੈ ਸਾਧ ਸੰਗਤ ਜੀ, ਧਨ ਬਲ, ਜਨ ਬਲ, ਤਨ ਬਲ ਤੇ ਮਨੋ ਬਲ। ਧਨ ਦਾ ਬਲ ਕਰੜੀ ਮਿਹਨਤ ਕਰਕੇ, ਯਤਨ ਕਰਕੇ ਬਹੁਤ ਸਾਰਾ ਧਨ ਪ੍ਰਾਪਤ ਕੀਤਾ ਜਾ ਸਕਦਾ ਹੈ। ਜਨ ਬਲ, ਜਨ ਸਮੂਹ ਦਾ ਬਹੁਤ ਸਾਰੀ ਹਮਾਇਤ ਪ੍ਰਾਪਤ ਕਰ ਲੈਣੀ, ਆਪਣੇ ਨਾਲ ਜੋੜ ਲੈਣਾ, ਆਪਣੇ ਮਗਰ ਤੋੜ ਲੈਣਾ, ਇਹ ਵੀ ਆਪਣੇ ਅਸਰ ਰਸੂਖ ਨਾਲ ਹੋ ਸਕਦਾ ਹੈ। ਤੇ ਤਨ ਬਲ, ਸਰੀਰਕ ਬਲ ਜਿਹੜਾ ਹੈ, ਉਹ ਵੀ ਚੰਗੀ ਸਾਤਵਿਕ ਖੁਰਾਕ ਭੋਜਨ ਛਕ ਕੇ, ਮਿਹਨਤ ਕਸਰਤ ਕਰਕੇ ਸਰੀਰ ਨੂੰ ਵੀ ਬਲਵਾਨ ਬਣਾਇਆ ਜਾ ਸਕਦਾ ਹੈ। ਪਰ ਜੋ ਮਨੋਬਲ ਹੈ, ਇਹ ਕੇਵਲ ਤਾਂ ਕੇਵਲ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਜੀ ਦੇ ਜਦੋਂ ਧਿਆਨ ਵਿੱਚ ਜੁੜਦੇ ਹਾਂ, ਸਿਮਰਨ ਸਾਧਨਾ ਦੁਆਰਾ, ਗੁਰੂ ਕੀ ਬਾਣੀ ਦੇ ਨਿਤਨੇਮ ਦੁਆਰਾ, ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਜੀ ਦੇ ਖਜ਼ਾਨੇ ਵਿੱਚੋਂ ਜਦੋਂ ਸੁਰਤ ਜੋੜ ਕੇ ਵਾਹਿਗੁਰੂ ਜੀ ਦੇ ਧਿਆਨ ਵਿੱਚ ਟਿਕਦਾ ਹੈ ਗੁਰੂ ਕਾ ਸਿੱਖ, ਵਾਹਿਗੁਰੂ ਜੀ ਦਾ ਪਿਆਰਾ, ਤਾਂ ਫਿਰ ਉਹਦੀ ਅੰਤਰ ਆਤਮਾ ਵਿੱਚ ਉਤਰਦਾ ਹੈ, ਆਤਮਾ ਬਲਵਾਨ ਹੁੰਦੀ ਹੈ, ਮਨੋਬਲ ਜਿਹੜਾ ਹੈ ਚੜ੍ਹਦੀ ਕਲਾ ਵਿੱਚ ਹੁੰਦਾ ਹੈ। ਸਾਧ ਸੰਗਤ ਜੀ, ਦਇਆ, ਧਰਮ ਤੇ ਹਿੰਮਤ, ਇਹ ਤਿੰਨ ਗੁਣ ਜਦੋਂ ਇਕੱਠੇ ਹੋ ਜਾਂਦੇ ਹਨ ਤਾਂ ਮੁਹਕਮ ਉਹ ਕਿਲਾ ਜਿਹਨੂੰ ਦੁਸ਼ਮਣ ਕਿਸੇ ਤਰੀਕੇ ਨਾਲ, ਕਿਸੇ ਹਥਿਆਰ ਨਾਲ, ਕਿਸੇ ਸ਼ਸਤਰ ਨਾਲ ਤੋੜ ਨਾ ਸਕੇ। ਉਹ ਕੀ ਹੈ? ਦ੍ਰਿੜ ਵਿਸ਼ਵਾਸ। ਜਾਂਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਐਸਾ ਦ੍ਰਿੜ ਵਿਸ਼ਵਾਸ ਜਿਨ੍ਹਾਂ ਗੁਰਸਿੱਖਾਂ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਮੁਸ਼ਕਲਾਂ ਆਈਆਂ, ਮੁਸੀਬਤਾਂ ਆਈਆਂ, ਦੁੱਖ ਆਏ, ਪਰ ਵਿਸ਼ਵਾਸ ਨਹੀਂ ਡੋਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਵਿੱਚ ਪਰਪੱਕ ਰਹਿੰਦਿਆਂ ਹੋਇਆਂ ਸਿਦਕ ਨਹੀਂ ਡੋਲਿਆ। ਇਹ ਚਾਰ ਗੁਣ ਜਦੋਂ ਗੁਰਸਿੱਖ ਦੇ ਜੀਵਨ ਵਿੱਚ ਆ ਜਾਂਦੇ ਹਨ ਤਾਂ ਫਿਰ ਉਹ ਸਾਹਿਬ ਦਾ ਰੂਪ ਹੋ ਜਾਂਦਾ ਹੈ, ਜਿਹਦੇ ਬਾਰੇ ਸਤਿਗੁਰੂ ਜੀ ਦੇ ਬਚਨ ਹਨ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ ਗੱਜ ਕੇ ਆਖੋ, ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਗੁਰਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜੰਗਾਂ ਵਿੱਚ ਰਹੇ, ਯੁੱਧਾਂ ਵਿੱਚ ਰਹੇ, ਔਖਿਆਂ ਤੋਂ ਔਖਿਆਂ ਸਮਿਆਂ ਵਿੱਚ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਰਹੇ। ਕਿਤੇ ਕਿਤੇ ਸਮਾਂ ਮਿਲਦਾ ਸੀ ਜਦੋਂ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਦੀਵਾਨ ਸਜਾ ਕੇ ਪਾਤਸ਼ਾਹ ਜੀ ਆਪਣੇ ਪਵਿੱਤਰ ਤਖਤ ਤੇ ਸੁਸ਼ੋਭਿਤ ਹੋ ਕੇ ਆਪਣੇ ਪਿਆਰੇ ਗੁਰਸਿੱਖਾਂ ਨੂੰ ਆਪਣੇ ਪਾਸ ਬਹਾਲ ਕੇ ਪੁੱਛਦੇ ਸਨ, ਗੁਰਸਿੱਖੋ ਤੁਸੀਂ ਬਹੁਤ ਬੇਅੰਤ ਸੇਵਾ ਕੀਤੀ ਹੈ। ਅੱਜ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਖਜ਼ਾਨੇ ਦਾ ਮੂੰਹ ਖੁੱਲ੍ਹਾ ਹੈ, ਮੰਗੋ ਜੋ ਕੁਝ ਵੀ ਤੁਹਾਨੂੰ ਚਾਹੀਦਾ ਹੈ, ਲੋਕ ਦਾ ਸੁੱਖ, ਪਰਲੋਕ ਦਾ ਸੁੱਖ, ਸਾਰੀ ਧਰਤੀ ਦਾ ਰਾਜ ਭਾਗ, ਜੋ ਕੁਝ ਵੀ ਤੁਹਾਨੂੰ ਚਾਹੀਦਾ ਹੈ ਅੱਜ ਅਸੀਂ ਦੇਣ ਵਾਸਤੇ ਤਿਆਰ ਹਾਂ। ਗਿਆਨਵਾਨ ਗੁਰਸਿੱਖਾਂ ਨੇ ਬੇਨਤੀ ਕਰ ਲਈ,
हजूर पातशाह जे तुरठे हो मेरा दे घर आए हो, पातशाह सिक्खी बख्श। जिस जीव ते, जिस इंसान ते, जिस प्राणी ते सतगुरु सच्चे पातशाह महाराज जी की पूर्ण प्रसन्नता होवे, जिन्हों इस लोक विच भी ते परलोक विच भी सच्चे पातशाह जी ने अपने पास ही रखना होवे, अपने चरणों में ही रखना होवे, उन्होंने गरीबन पातशाह सिक्खी बख्शिश करते हैं, अमृत की दात बख्शिश करते हैं, बाणी ते बाणा बख्शिश करते हैं, मूल मंत्र ते गुरमंत्र की बख्शिश करते हैं। बाकी जो कुछ भी गुरु साहब जी के दरबार विचों आके मंगता है, सारियां नूं गुरु साहब जी बख्शिशां करते हैं, सब कुछ प्राप्त होता है। जो मंगिया सोई पाइया दे महावाक अनुसार इस दरबार तो गुरु साहब जी के चरणों विचों कोई खाली नहीं जाता, पर सिक्खी किसे किसे उच्चे भागां वाले नूं प्राप्त होती है। पातशाह जी ने प्रसन्न होकर बचन करना, गुरसिखो तुहानूं सिक्खी दित्ती ते तुहाडीआं कुलां तक, जुगां जुगांतरां तक तुहाडीआं कुलां विच गुरु की सिक्खी कायम रहेगी। फिर ज्ञानवान गुरसिखा ने बेनती कर ली, पातशाह एक होर कृपा करो, जिथे आप तुरुठे हो मेरा दे घर आए हो, सिक्खी बख्शिश की है जो सब तो कीमती सब तो महंगी वस्तु है। पातशाह सिक्खी तो कई बार होती है, जीवन जिंदगी के मार्ग अंदर जीवन यात्रा करदे होया दुख भी आते हैं, सुख भी आते हैं, मुसीबत औकड़ा भी आदियां हैं, धुप छां होती रहती है, उतराइयां चढ़ाइयां बड़ियां रहिंदियां हैं। पातशाह जे सिदक ना होवे सिख दे पास तो डोल जाता है, औखे समय ते डोल जाता है। पातशाह जिथे सिक्खी बख्शिश की है सिदक भी बख्शो। पातशाह जी ने प्रसन्न होके ये भी वचन किए, गुरसिखो तुहाडा सिक्खी सिदक परिपूर्ण अकाल पुरख वाहिगुरु केसां सुआसां नाल निभा देवेगा। गुरु खालसा साध संगत जी, जिन्हां गुरसिखा ने सिक्खी प्राप्त करके सिदक रखिया, परिपूर्ण अकाल पुरख वाहिगुरु सतगुरु सच्चे पातशाह उन्हां दे स्वरूप उन्हां दी किरपा ते बख्शिश दा सदका भावें सिख दे शरीर नूं आरे नाल तां चीर दिता गया, जदों आरा सामने लिया के रखिया कहण लगे, मती दास जी अजे भी सोच लो, एक पासे सारे संसार के सुखां के खजानियां के मूँह खुले हैं, धन दौलत मान वडियाई तख्तो ताज हाजर हैं, दूसरे पासे मौत है। अजे भी समझ लो, विचार कर लो। कहन लगे, मौत की है, तुसी की करोगे आरे नाल? ये मेरे शरीर रूपी कपड़े नूं ही चीर सकते हो। काया कापर चीर बहु फारे, हर रंग ना लहे सुभागा। मेरी सिक्खी, मेरे सतगुरु जी का प्यार, मेरा सिदक, सतगुरु जी की बख्शिश नूं तां तुसीं चीर नहीं सकते, खो नहीं सकते। इस करके मैनूं कोई डर नहीं। मौत की है, ये तो एक स्टैप है, ये उत्ते पैर रख के मैं अपने प्यारे सतगुरां दे चरणों में पहुंचना है। ये तो एक साधन है, ये मार्ग संसार को नानक फिर नहीं कोई। जलाद कहन लगा, मती दास जी अजे भी सोच लो। कहन लगे, सोच लिया है, लिखिया है साध संगत जी इतिहास में। भाई मती दास जी ने जिहड़े बचन किए हैं, आरा प्यारा लगत है कारा करो बनाए, सिर जांदा ता जान दे, मेरा सिरखी सिदक ना जाए। कहते आरा बड़ा प्यारा लगता है, कारा करो बनाए, चंगी तरह तिखा कर लो। कहते शरीर भावें चले जावे, पर मेरा सिक्खी सिदक जिहड़ा
वो केसां सुआसां नाल निभ जावे। साध संगत जी, भाई साहब जी ने जपजी साहब जी के पाठ आरंभ कर दिते ते जलाद ने आरा सीस ते रख दिता। आरा कोई शरीर चीरन वास्ते थोड़ो बनया जी, वो तो लकड़ियां चीरन वास्ते बनया है। देखदियां देखदियां 2-4 मिनट के विच ही शरीर 2 फाड़ आरे ने कर दिता गया। एक शरीर का हिस्सा एक पासे नूं डिग पिया है, दूसरा हिस्सा दूसरे पासे नूं डिग पिया है। पर अजे जपजी साहब जी का भोग नहीं पिया सी। देखो, पुरातन गुरसिखां की अंतरात्मा विच, रोम रोम विच गुरु की बाणी, वाहिगुरु जी का सिमरन, मूल मंत्र का अभ्यास रचिया होया सी। दोहां फाड़ा विचों ही आवाज आ रही। जदों जपजी साहब पढ़िया गया ते अंत विच जिनी नाम ते आया गए मसकत काल, नानक ते मुख उजले केती छुट्टी नाल। सतगुरु सच्चे पातशाह जी के चरणों में जाप राजे सदा लिए अमर हो गए। ते इतिहास में सुनहरी अखरां में वो सारा इतिहास लिखिया गया। जो रहिंदी दुनिया तक सूरज की न्याई चमकदा रहेगा। यह है गुरु के सिख की सिखी दे नाल नाल जो मंगिया सी, पातशाह सिदक भी बख्शो। परम सत्कारयोग साध संगत जी, क्षमा करना, कई बारी बहुत बारी देखण विच आउंदा है, जदों कोई दुख आ जाए, कोई मुसीबत आ जाए, सिखी तो है पास, पर सिदक ना होने करके सतगुरु सच्चे पातशाह महाराज जी के पावन पवित्र चरणों को छड्ड के कोई जंतरा मगर, कोई तंत्रा मगर, कोई धागिया तवीता मगर, कोई पुछा वालिया मगर उधर नूं तुर पैंदे हन। स्वरूप तो सिੱਖੀ वाला है, पर अपना स्वरूप भुल जाता है, ध्यान ही भुल जाता है। सतगुरु साहिब छड्ड के मनमुख होए बंदे दा बंदा। भाई साहब जी, भाई साहब भाई गुरदास साहब जी वचन करते हैं, सतगुरु साहिब श्री गुरु ग्रंथ साहब महाराज जी को छड्ड के बंदे दे बंदे जाके बन जाते हैं। परम सत्कारयोग साध संगत जी, गरीब नवाज सच्चे पातशाह जी के चरणों में अरदास करिए, क्योंकि उथों लभदा कुछ नहीं। जे छप्पड़ में जाके हाथ मारिए, एक चिक्कड़ नाल हाथ लिबड़न तो बिना कुछ भी प्राप्त नहीं होता। इस करके कहते हैं, कबीर समुंद न छोड़िए जो आत खारो होए, पोखर पोखर ढूंढते भलो न कह कोए। रिदा सोई सरवड़ ढूंढ लो जिथों लंबी बथ, छप्पड़ ढूंढे क्या होवे चिकड़ डुबे हथ। सतगुरु साध संगत जी, जे समुंदर में चुप्पी लाइए, उथों सुच्चे मोती हीरे लाल जवाहरत आदि प्राप्त होंदे हन। सतगुरु सच्चे पातशाह महाराज जी की पावन पवित्र बाणी गुरबाणी, सतगुरु सच्चे पातशाह जी की पावन पवित्र गुरबाणी सर्वशक्तिमान है। ये मन में पूर्ण दृढ़ विश्वास धारण करके, प्रेम ते श्रद्धा धारण करके, बदे रुदे नहीं, कोई रस्म समझ के नहीं, जदों भी वाहिगुरु जी के ध्यान में बैठना ते मन में प्रेम ते श्रद्धा धारण करके जो असी गुरबाणी का नितनेम करते हाँ, मूल मंत्र या वाहिगुरु गुरमंत्र का अभ्यास करते हाँ, अपने सारे संकल्पां विकल्पां नूं रोक के
ਉਹ ਸੁਰਤ ਵਿੱਚ ਰੱਖ ਕੇ ਜੋ ਰਸਨਾ ਨਾਲ ਅਸੀਂ ਪੜ੍ਹ ਰਹੇ ਹਾਂ ਉਹਨੂੰ ਆਪ ਸੁਣਨਾ ਹੈ। ਜਦੋਂ ਆਪ ਸੁਣਾਂਗੇ ਤਾਂ ਫਿਰ ਸਤਿਗੁਰੂ ਜੀ ਬਚਨ ਕਰਦੇ ਹਨ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਦੁਖ ਰੋਗ ਦੋ ਸ਼ਬਦ ਹਨ। ਰੋਗ ਦਾ ਹੀ ਦੁੱਖ ਹੁੰਦਾ ਹੈ। ਜੇ ਬੁਖਾਰ ਚੜਿਆ ਹੋਵੇ, ਸਿਰ ਦੁਖਦਾ ਹੈ, ਸਰੀਰ ਟੁੱਟਦਾ ਭੱਜਦਾ ਹੈ। ਜੇ ਬੁਖਾਰ ਉਤਰ ਜਾਵੇ, ਸਰੀਰ ਬਿਲਕੁਲ ਤੰਦਰੁਸਤ ਹੋ ਜਾਂਦਾ ਹੈ। ਦੁੱਖ ਰੋਗ ਸੰਤਾਪ। ਸੰਤਾਪ ਕੀ ਹੈ ਸਾਧ ਸੰਗਤ ਜੀ? ਸੜੇ ਤਿੰਨਾਂ ਤਾਪਾਂ ਦੇ। ਤਿੰਨ ਤਾਪ ਹਨ, ਆਦ ਵਿਆਦ ਉਪਾਦ। ਆਦ ਕੀ ਹੈ? ਮਾਨਸਿਕ ਦੁੱਖ। ਸਰੀਰ ਨੂੰ ਤਾਂ ਕੋਈ ਰੋਗ ਨਹੀਂ, ਕੋਈ ਤਕਲੀਫ ਨਹੀਂ, ਪਰ ਮਨ ਦੁਖੀ ਹੈ। ਜੇ ਮਨ ਦੁਖੀ ਹੋਵੇ, ਜਿੰਨੇ ਮਰਜ਼ੀ ਸੁੱਖਾਂ ਦੇ ਸਾਧਨ ਹੋਣ, ਸਾਰਾ ਕੁਝ ਹੀ ਦੁੱਖ ਰੂਪ ਹੋ ਕੇ ਪ੍ਰਤੀਤ ਹੁੰਦਾ ਹੈ। ਸੁੱਖਾਂ ਦੇ ਸਾਧਨ ਸੂਲਾਂ ਦੇ ਨਿਆਈ ਚੁੱਭਦੇ ਹਨ। ਕਾਰਨ ਕੀ ਹੈ? ਮਨ ਦੁਖੀ ਹੈ। ਮਨ ਨੂੰ ਸੁਖੀ ਕਰਨ ਵਾਸਤੇ ਕਿਸੇ ਡਾਕਟਰ ਕੋਲ, ਕਿਸੇ ਵੈਦ ਕੋਲ, ਕਿਸੇ ਹਕੀਮ ਕੋਲ ਕੋਈ ਦਵਾਈ ਨਹੀਂ। ਜੇ ਕਿਸੇ ਕੋਲ ਜਾਈਏ, ਡਾਕਟਰ ਸਾਹਿਬ ਦੇਖੋ, ਚੈੱਕਅਪ ਕਰਕੇ ਮੇਰਾ ਮਨ ਬੜਾ ਦੁਖੀ ਹੈ, ਕੋਈ ਦਵਾਈ ਦਿਓ। ਕੋਈ ਦਵਾਈ ਨਹੀਂ। ਇੱਕ ਦਵਾਈ ਹੈ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਜਿਹੜੇ ਤਿੰਨ ਪ੍ਰਕਾਰ ਦੇ ਦੁੱਖ ਹਨ, ਉਹਨਾਂ ਨੂੰ ਨਿਵਰਤ ਕਰ ਦਿੰਦੀ ਹੈ ਉਹ ਦਵਾਈ। ਆਦ ਹੈ ਮਾਨਸਿਕ ਦੁੱਖ ਤੇ ਵਿਆਦ ਹੈ ਸਰੀਰਕ ਦੁੱਖ। ਸਰੀਰ ਵਿੱਚ ਕੋਈ ਰੋਗ ਪੈਦਾ ਹੋ ਜਾਣਾ, ਕਿਸੇ ਇਲਾਜ ਨਾਲ, ਕਿਸੇ ਦਵਾਈ ਨਾਲ, ਕਿਸੇ ਯਤਨ ਨਾਲ ਉਹ ਹਟਣਾ ਨਾ। ਦੇਖੋ ਅੱਜ ਸਾਇੰਸ ਦਾ ਯੁੱਗ ਹੈ। ਬੜੇ ਬੜੇ ਡਾਕਟਰਾਂ ਨੇ, ਫਿਲਾਸਫਰਾਂ ਨੇ, ਸਾਇੰਸਦਾਨਾਂ ਨੇ ਰਿਸਰਚ ਕਰਕੇ ਸਾਧ ਸੰਗਤ ਜੀ ਇਹ ਗੱਲ ਸਾਰੇ ਸੰਸਾਰ ਦੇ ਸਾਹਮਣੇ ਰੱਖ ਦਿੱਤੀ ਹੈ। ਜਿਹੜੇ ਰੋਗ, ਜਿਹੜੀਆਂ ਬਿਮਾਰੀਆਂ ਕਿਸੇ ਤਰੀਕੇ ਨਾਲ, ਕਿਸੇ ਯਤਨ ਨਾਲ, ਕਿਸੇ ਦਵਾਈ, ਕਿਸੇ ਇਲਾਜ ਨਾਲ ਨਾ ਹਟਣ, ਉਹ ਗੁਰੂ ਕੀ ਬਾਣੀ ਪੜ੍ਹਨ ਨਾਲ, ਸਿਮਰਨ ਕਰਨ ਦੇ ਨਾਲ ਹਟ ਸਕਦੀਆਂ ਹਨ, ਹਟੀਆਂ ਹਨ, ਹਟਣਗੀਆਂ। ਇਹ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸਾਨੂੰ ਜੁਗਤੀ ਸਮਝਾਈ ਹੈ। ਗੁਰੂ ਸਾਹਿਬ ਜੀ ਦੱਸ ਰਹੇ ਹਨ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਾਨੂੰ ਹੋਰ ਕਿਸੇ ਪਾਸੋਂ ਜਾ ਕੇ ਕੋਈ ਜੁਗਤੀ ਮੁਕਤੀ ਪੁੱਛਣ ਦੀ ਲੋੜ ਨਹੀਂ। ਕਿਸੇ ਇਨਸਾਨ ਨੂੰ, ਕਿਸੇ ਮਹਾਂਪੁਰਸ਼ ਨੂੰ, ਕਿਸੇ ਵਿਅਕਤੀ ਨੂੰ ਪੁੱਛੋਗੇ, ਇੱਕ ਵਾਰੀ ਪੁੱਛੋਗੇ, 2 ਵਾਰੀ, 10 ਵਾਰੀ, 20 ਵਾਰੀ ਪੁੱਛੋਗੇ, ਤੇ ਉਹ ਕਹਿਣਗੇ ਬਾਰ-ਬਾਰ ਪੁੱਛਦੇ, ਤੁਹਾਡਾ ਦਿਮਾਗ ਠੀਕ ਹੈ, ਪਤਾ ਨਹੀਂ ਲੱਗਦਾ, 20 ਵਾਰੀ ਤਾਂ ਦੱਸਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇਖੋ ਕਿੰਨੇ ਦਿਆਲੂ ਕਿਰਪਾਲੂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭਾਵੇਂ 1000 ਵਾਰੀ ਪੁੱਛੋ, ਲੱਖ ਵਾਰੀ ਪੁੱਛੋ, ਭਾਵੇਂ ਦਿਨੇ ਪੁੱਛੋ, ਰਾਤ ਪੁੱਛੋ, ਨਾਰਾਜ਼ ਨਹੀਂ ਹੁੰਦੇ। ਉਨੀ ਵਾਰੀ ਹੀ ਦੱਸੀ ਜਾਂਦੇ ਹਨ। ਗੁਰਸਿੱਖੋ, ਆਹ ਹੈ ਅਸਲ ਤੁਹਾਡੀ ਜੀਵਨ ਜ਼ਿੰਦਗੀ ਦਾ ਮਾਰਗ, ਆਹ ਹੈ ਰਸਤਾ, ਆਹ ਹਨ ਸ਼ੁਭ ਗੁਣ, ਦੈਵੀ ਗੁਣ, ਜਿਨ੍ਹਾਂ ਨੂੰ ਗ੍ਰਹਿਣ ਕਰਨਾ ਹੈ। ਆਹ ਹੈ ਦੁੱਖਾਂ ਦਾ ਮਾਰਗ, ਇਹ ਹੈ ਪੁੱਠਾ ਰਾਹ, ਜੇ ਤੋਂ ਤੁਸੀਂ ਰੁਕਣਾ ਹੈ, ਬਚਣਾ ਹੈ। ਉਹ ਸਾਧ ਸੰਗਤ ਜੀ, ਆਦ ਮਾਨਸਿਕ ਦੁੱਖ, ਵਿਆਦ ਸਰੀਰਕ ਰੋਗ ਤੇ ਉਪਾਦ ਹੈ। ਨਾ ਰੋਗ ਮਨ ਵਿੱਚੋਂ ਪੈਦਾ ਹੋਇਆ, ਨਾ ਤਨ ਵਿੱਚੋਂ ਪੈਦਾ ਹੋਇਆ, ਬੈਠਿਆ ਬਿਠਾਇਆ ਨੂੰ ਕੋਈ ਮੁਸੀਬਤ ਆ ਪੈਣੀ, ਕੋਈ ਔਕੜ ਆ ਜਾਣੀ, ਜਾਂ ਭੂਤ ਪ੍ਰੇਤ ਵੀ ਕਈ ਵਾਰੀ ਚਿਮੜ ਜਾਂਦੇ ਕਈਆਂ ਨੂੰ। ਜਿਹੜੇ ਪਰਮੇਸ਼ਰ ਤੋਂ ਭੁੱਲੇ ਹੋਏ ਹਨ, ਉਹਨਾਂ ਵਾਸਤੇ ਇਹ ਫੌਜ ਰੱਖੀ ਹੋਈ ਹੈ। ਵੀਰਵਾਰ ਵੀਰ ਭਰਮ ਭੁਲਾਏ, ਪ੍ਰੇਤ ਭੂਤ ਸਭ ਦੂਜੇ ਲਾਏ। ਇੱਕ ਵਾਰੀ ਪੁੱਛਿਆ ਕਲਗੀਧਰ ਪਿਤਾ ਜੀ ਨੂੰ, ਗੁਰਸਿੱਖਾਂ ਨੇ, ਪਾਤਸ਼ਾਹ ਆਪ ਜੀ ਦੀ ਬਾਣੀ ਵਿੱਚ ਲਿਖਿਆ ਹੋਇਆ ਹੈ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਮਹਾਰਾਜ ਭੂਤ ਪ੍ਰੇਤ ਸੱਚੀ ਹੁੰਦੇ ਹਨ? ਇਹ ਬਚਨ ਸਾਧ ਸੰਗਤ ਜੀ
ਧਰਮ ਸ਼ਾਸਤਰ ਵਿਜੈ ਮੁਕਤ ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਜੋ ਗੁਰੂ ਸਾਹਿਬ ਜੀ ਦੇ ਵੇਲੇ ਗੁਰਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਆਪਣੀ ਕਲਮ ਨਾਲ ਕਲਮਬੱਧ ਕੀਤਾ ਤੇ ਗੁਰੂ ਪਾਤਸ਼ਾਹ ਜੀ ਨੇ ਉਸ ਗ੍ਰੰਥ ਤੇ ਆਪ ਆਪਣੇ ਪਵਿੱਤਰ ਕਰ ਕਮਲਾਂ ਨਾਲ ਦਸਤਖਤ ਕੀਤੇ। ਪਾਤਸ਼ਾਹ ਕਹਿਣ ਲੱਗੇ ਹਾਂ ਹੈ, ਪਰ ਜੋ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਜੀ ਤੋਂ ਭੁੱਲੇ ਹੋਏ ਹਨ, ਜਿਹੜੇ ਨਾਮ ਨਹੀਂ ਜਪਦੇ, ਗੁਰੂ ਕੀ ਬਾਣੀ ਨਹੀਂ ਪੜ੍ਹਦੇ, ਸਿਮਰਨ ਨਹੀਂ ਕਰਦੇ, ਸਤ ਸੰਗਤ ਵਿੱਚ ਨਹੀਂ ਆਉਂਦੇ, ਉਹਨਾਂ ਵਾਸਤੇ ਦੋ ਪ੍ਰਕਾਰ ਦੀ ਫੌਜ ਹੈ, ਪ੍ਰਗਟ ਵੀ ਤੇ ਗੁਪਤ ਵੀ। ਪ੍ਰਗਟ ਫੌਜ ਕਿਹੜੀ ਹੈ? ਸਤਿਗੁਰੂ ਕਲਗੀਧਰ ਜੀ ਦੇ ਬਚਨ ਹਨ, ਬਾਬੇ ਕੇ ਬਾਬਰ ਕੇ ਦੋ, ਆਪ ਕਰੇ ਪਰਮੇਸ਼ਰ ਸੋ। ਬਾਬੇ ਕੀ ਫੌਜ ਖਾਲਸਾ ਫੌਜ, गुरु की फौज, गुरु के सिख, ये बाबे की फौज है। बाबर की फौज, पुलिस, आर्मी, ये बाबर की फौज है। ते गुप्त रूप विच एक शहीद सिंह हैं जो गुरसिखा के नाम जपण वाले प्यारे गुरसिखा की रखिया वास्ते किसी नाल एक, किसी नाल 5, किसी नाल 25, जिनी जिनी किसी की कमाई है, भावें उस गुरसिख नूं अपने आप पता ना होवे, पर सतगुरु जी अपना पैरा रखते हैं। जिथे सतगुरु जी का प्रकाश है, जिथे गुरु के निशान झुल रहे हैं, उन्हां दी सुरक्षा वास्ते गुप्त फौज है। दूसरे पासे जिहड़े परमेश्वर तो भुले हुए हैं, उन्हां वास्ते भूत प्रेत। साध संगत जी पुछया पातशाह है, कहते जरूर हैं। कहते महाराज देख सकते हैं जी, कहते देखना चाहते हैं। दोपहर का समा सी, साध संगत जी ते कहन लगे हाँ पातशाह, जे कृपा करके दिखा दो तो बहुत कृपा होगी। साध संगत जी सतगुरु जी ने आप ये वचन अपने पवित्र मुखार बिंद तो उचारण किया, सर्वभूत आप वरतारा। सर्व ने जिन्होंने गुरसिखा ने गुरु पातशाह जी पासों सिੱਖੀ ते सिदक प्राप्त करके कमाई की, प्रैक्टिकल जीवन जीविया, उन्हों का सिੱਖੀ सिदक गुरु साहब जी ने केसा सुआसा के नाल निभा दिता। साध संगत जी कई बारी ऐसे विचार भी प्रगट होते हैं, इन्ना चिर हो गया बाणी पढ़दे नूं, सिमरन करदे, सत्संगत करदे, सानू तो कोई फायदा होया नहीं, साडा तो कोई दुख नहीं हटिया, कोई मुसीबत हटी नहीं, उस तरह ही औकड़ा में घिरे हुए हैं। कारण की है? गुरु साहब जी बचन करते हैं, दुख रोग संताप उतरे, सने तिना तापां दे उतरे कई दूर हो जाते हैं। किदां? सुनी सच्ची बाणी, संत साजन भय सरस, पूरे गुर ते जानी। सच्ची बाणी गुरु साहब जी की पवित्र गुरबाणी सुन दे नाल हुण सवाल पैदा हुंदा है, सुनिए किदां जी? कोई दूजा सुनावे, ये भी ठीक है, टेप ला के सुनिए, वो भी ठीक है, होर ओल जलूल सुनने नालों तां टेप ला के गुरबाणी की कथा कीर्तन गुरबाणी सरवण करिए, वो भी ठीक है। पर गुरु साहब जी ने इत्थे जो सुन वास्ते आग्या की है, जो कुछ भी असी जपते हैं, वाहिगुरू गुरमंत्र, मूल मंत्र, गुरबाणी, ये इको ही चीज है। वाहिगुरू गुरमंत्र दा सार विस्तार सारे मूल मंत्र साहब जी हैं। मूल मंत्र साहब जी का कला कला अखर, ਉਹਦਾ अर्थ की है? वाहिगुरू। एक का अर्थ की है? वाहिगुरू। ओंकार का अर्थ की है? वाहिगुरू। सतनाम का अर्थ की है? वाहिगुरू। करता कौन है? वाहिगुरू। पुरख वाहिगुरू, निरभव वाहिगुरू, निर्वैर वाहिगुरू, अकाल मूर्त वाहिगुरू, अजूनी वाहिगुरू, सैभम वाहिगुरू, गुर प्रसाद वाहिगुरू, जप वाहिगुरू, आद सच वाहिगुरू, जुगाद सच वाहिगुरू, है भी सच वाहिगुरू, नानक होसी भी सच वाहिगुरू, गज के आखो सतनाम श्री वाहिगुरू। वाहिगुरू गुरमंत्र ते मूल मंत्र ते गुरबाणी इको ही चीज है। वाहिगुरू गुरमंत्र का सार विस्तार सारे मूल मंत्र साहब जी हैं। सारे मूल मंत्र साहब जी का सार विस्तार सारे श्री जपजी साहब जी हैं।
ਤੇ ਸਾਰੇ ਸ੍ਰੀ ਜਪਜੀ ਸਾਹਿਬ ਜੀ ਦੇ ਸਾਰ ਵਿਸਥਾਰ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਸਾਧ ਸੰਗਤ ਜੀ, ਜੋ ਵੀ ਅਸੀਂ ਜਪਦੇ ਹਾਂ ਉਹਨੂੰ ਸੁਰਤ ਵਿੱਚ ਰੱਖ ਕੇ, ਧਿਆਨ ਵਿੱਚ ਰੱਖ ਕੇ ਆਪ ਸੁਣਨਾ ਹੈ। ਜਦੋਂ ਧਿਆਨ ਵਿੱਚ ਰੱਖ ਕੇ ਆਪ ਸੁਣਦੇ ਹਾਂ ਫਿਰ ਉਹ ਸ਼ਕਤੀ ਪ੍ਰਗਟ ਹੁੰਦੀ ਹੈ ਅੰਤਰਾਤਮਾ ਵਿੱਚ, ਜਿਹਦੇ ਬਾਰੇ ਸਤਿਗੁਰਾਂ ਨੇ ਬਚਨ ਕੀਤੇ ਹਨ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ। ਜਿਹੜੇ ਪਾਪ ਹਨ ਉਹ ਬੀਜ ਉਗਦੇ ਹਨ ਤੇ ਦੁੱਖ ਜਿਹੜੇ ਹਨ ਉਹ ਪ੍ਰਾਪਤ ਹੁੰਦੇ ਹਨ, ਕੋਈ ਪੂਰਬਲੇ ਕੋਈ ਹੁਣ ਦੇ। ਸਾਨੂੰ ਕਈ ਵਾਰੀ ਇਸ ਜਨਮ ਵਿੱਚ ਸੁਭਾਅ ਆ ਨਾ, ਮਨ ਦਾ ਸੁਭਾਅ ਆ, ਜੇ ਕੋਈ ਮਾੜਾ ਕੰਮ ਹੋ ਜਾਏ ਚੇਤਾ ਭੁੱਲ ਜਾਂਦਾ, ਕਿਸੇ ਨੂੰ ਦੱਸਦੇ ਨਹੀਂ, ਬਲਕਿ ਯਤਨ ਕਰਦੇ ਪਤਾ ਨਾ ਲੱਗੇ। ਤਾਂ ਜੇ ਕੋਈ ਵਾਹਿਗੁਰੂ ਕਿਰਪਾ ਕਰਨ, ਸਤਿਗੁਰੂ ਕਿਰਪਾ ਕਰਨ, ਕੋਈ ਸ਼ੁਭ ਕਰਮ ਕਰਵਾ ਲੈਣ ਤਾਂ ਬਾਰ-ਬਾਰ ਦੱਸਣ ਦਾ ਯਤਨ ਕਰਦੇ ਤੇ ਬਹੁਤ ਚੇਤੇ ਰੱਖਦੇ ਹਨ, ਬਲਕਿ ਲਿਖ ਕੇ ਰੱਖਦੇ ਨੇ ਵੀ ਸਾਡੀਆਂ ਕੁੱਲਾਂ ਤੱਕ ਪਤਾ ਰਵੇ, ਆ ਫਲਾਣੇ ਇਨਸਾਨ ਨੇ, ਇਸ ਆਦਮੀ ਨੇ, ਇਸ ਪਰਿਵਾਰ ਨੇ ਆ ਚੰਗਾ ਕੰਮ ਕੀਤਾ। ਉਹ ਸਾਧ ਸੰਗਤ ਜੀ, ਇਹ ਪਾਪ ਜਿਹੜੇ ਹਨ ਉਹ ਬੀਜ ਰੂਪ ਜਦੋਂ ਉਗਦਾ ਹੈ ਫਿਰ ਉਹਨਾਂ ਦਾ ਫਲ ਜਿਹੜਾ ਦੁੱਖ ਹੁੰਦਾ। ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਜੇ ਸੁਰਤ ਵਿੱਚ ਰੱਖ ਕੇ ਮੂਲ ਮੰਤਰ, ਗੁਰ ਮੰਤਰ, ਗੁਰਬਾਣੀ ਜੋ ਅਸੀਂ ਜਪਦੇ ਹਾਂ, ਜਦੋਂ ਉਹਨੂੰ ਆਪ ਸੁਣਦੇ ਹਾਂ ਤਾਂ ਸਾਰੇ ਦੁੱਖਾਂ ਦਾ ਤੇ ਪਾਪਾਂ ਦਾ ਨਾਸ ਹੋ ਜਾਂਦਾ। ਇੱਕ ਜਗ੍ਹਾ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਫਰਮਾਨ ਹੈ, ਉਹਨਾਂ ਦੇ ਬਚਨ ਹਨ, ਘੋਰ ਦੁਖਿਅੰ ਅਨਕ ਹਤਿਅੰ ਜਨਮ ਦਰਿਦਰੰ ਮਹਾ ਵਿਖਾਦੰ ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਤਾਂ ਛੋਟਾ ਦੁੱਖ ਹੁੰਦਾ ਨਾ, ਘੋਰ ਦੁੱਖ, ਅਸਾਧ ਰੋਗ, ਬਹੁਤ ਵੱਡੇ ਦੁੱਖ ਜਿਹੜੇ ਦੂਰ ਨਹੀਂ ਹੁੰਦੇ, ਹਟਦੇ ਨਹੀਂ ਕਿਸੇ ਤਰ੍ਹਾਂ ਵੀ। ਅਨਕ ਹਤਿਅੰ, ਹੱਤਿਆ ਹੁੰਦੀ ਕਿਸੇ ਜੀਵ ਨੂੰ ਮਾਰ ਦੇਣਾ, ਇੱਕ ਨਹੀਂ ਉਹ ਪਾਪ ਚਿੰਬੜ ਜਾਣੇ। ਅਨੇਕਾਂ ਹੀ ਹੱਤਿਆਵਾਂ ਪਾਪ ਚਿੰਬੜੇ ਹੋਏ ਹਨ ਜਿਹੜੇ ਕਿਸੇ ਜਪ ਤਪ ਨਾਲ, ਕਿਸੇ ਪੁੰਨ ਕਰਮ ਨਾਲ ਉਹ ਖਹਿੜਾ ਨਹੀਂ ਛੱਡਦੇ। ਜਨਮ ਦਾਰਿਦਰੰ, ਜਨਮਾਂ ਜਨਮਾਂਤਰਾਂ ਦਾ ਦਰਿਦਰ, ਪਰਿਵਾਰ ਤੇ, ਕਾਰੋਬਾਰ ਤੇ, ਸਰੀਰ ਤੇ ਪੈ ਜਾਣਾ, ਕੁਝ ਵੀ ਸਫਲਤਾ ਨਾ ਪ੍ਰਾਪਤ ਹੋਣੀ ਕਿਸੇ ਪਾਸਿਓਂ ਵੀ। ਮਹਾ ਵਿਖਾਦੰ, ਵਿਖਾਦ ਕਹਿੰਦੇ ਹਨ ਝਗੜੇ ਨੂੰ। ਇੱਕ ਤਾਂ ਛੋਟੇ ਛੋਟੇ ਝਗੜੇ ਆ, ਜੇ ਬਹੁਤ ਬੜੇ ਬੜੇ ਝਗੜੇ ਜਿਹੜੇ ਨਿਬੜਦੇ ਨਹੀਂ ਕਿਸੇ ਤਰ੍ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ, ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ। ਹਜ਼ੂਰ ਫਰਮਾ ਰਹੇ ਹਰਿ ਨਾਮ, ਹਰ ਸ਼ਬਦ ਵਾਹਿਗੁਰੂ ਜੀ ਦਾ ਵਾਚਕ ਹੈ। ਵਾਹਿਗੁਰੂ ਜੀ ਦਾ ਪਾਵਨ ਪਵਿੱਤਰ ਨਾਮ ਜਪਣ ਕਰਕੇ ਬੜੇ ਬੜੇ ਦੁੱਖ, ਅਨੇਕ ਪ੍ਰਕਾਰ ਦੀਆਂ ਹੱਤਿਆਵਾਂ, ਜਨਮਾਂ ਜਨਮਾਂਤਰਾਂ ਦੇ ਦਰਿਦਰ, ਤਾਂ ਬੜੇ ਬੜੇ ਝਗੜੇ ਕਲੇਸ਼ ਨਿਬੜ ਜਾਂਦੇ ਹਨ, ਮਿਟ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਸਤਿਗੁਰੂ ਜੀ ਪ੍ਰਮਾਣ ਦੇ ਕਰਕੇ ਸਮਝਾਉਂਦੇ ਹਨ, ਸਾਧ ਸੰਗਤ ਜੀ, ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਪਾਵਕ ਕਹਿੰਦੇ ਹਨ ਅੱਗ ਨੂੰ, ਕਾਸ਼ਟ ਕਹਿੰਦੇ ਹਨ ਲੱਕੜੀਆਂ ਨੂੰ। ਜਿਸ ਤਰ੍ਹਾਂ ਲੱਖਾਂ ਮਣ ਲੱਕੜੀਆਂ ਦਾ ਢੇਰ ਲੱਗਾ ਹੋਇਆ ਹੋਵੇ, ਇੱਕ ਛੋਟੀ ਜਿਹੀ ਅੱਗ ਦੀ ਚੰਗਿਆੜੀ ਲੱਖਾਂ ਮਣ ਲੱਕੜੀਆਂ ਦੇ ਢੇਰ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਦਗਧ ਕਰ ਦਿੰਦੀ ਹੈ। ਇਸੇ ਤਰ੍ਹਾਂ ਹੀ ਵਾਹਿਗੁਰੂ ਜੀ ਦਾ ਪਾਵਨ ਪਵਿੱਤਰ ਨਾਮ, ਗੁਰੂ ਕੀ ਬਾਣੀ ਦਾ ਨਿਤਨੇਮ ਮਨ ਵਿੱਚ ਪ੍ਰੇਮ ਤੇ ਸ਼ਰਧਾ ਧਾਰਨ ਕਰਕੇ ਜਦੋਂ ਅਸੀਂ ਜਪਦੇ ਹਾਂ, ਅਭਿਆਸ ਕਰਦੇ ਹਾਂ ਤੇ ਸੁਰਤ ਵਿੱਚ ਰੱਖ ਕੇ ਆਪ ਸੁਣਦੇ ਹਾਂ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੁੰਦੀ ਹੈ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਕਈ ਵਾਰੀ ਸਵਾਲ ਪੈਦਾ ਹੁੰਦਾ, ਇਹ ਮਨ ਨਹੀਂ ਲੱਗਦਾ। ਗੁਰਬਾਣੀ ਤਾਂ ਪੜ੍ਹਦੇ ਆ, ਸਿਮਰਨ ਕਰਦੇ, ਮਨ ਟਿਕਦਾ ਨਹੀਂ। ਇਹਦਾ ਮਤਲਬ
जंगाल ज़्यादा लग्या होया होवे बर्तन नूं ते बहुता मांजना पैंदा ते ज्यों-ज्यों मांजदे हां जंगाल उतरदा है ते बर्तन साफ होंदा है। इस तरह ही अंतशकरण रूपी शीशा है, जे शीशे ते कोई धंधियाई लग जाए घट्टा पै पै के ਉਹਦੇ ਵਿੱਚ ਦੀ ਸਰੂਪ ਦਿਸਦਾ ਨਹੀਂ, ਮੈਲਾ ਹੋ ਜਾਂਦਾ, ਧੁੰਦਲਾ ਹੋ ਜਾਂਦਾ। ਅਹੰਗ ਬੁੱਧ ਮਨ ਪੂਰ ਥੰਧਾਈ ਸਾਧ ਧੂਰ ਕਰ ਸੁਧ ਮੰਜਾਈ। ਸਾਧ ਧੂਰ ਕੀ ਹੈ? ਗੁਰੂ ਕੀ ਸੰਗਤ। ਜਿਸ ਤਰ੍ਹਾਂ ਆਪ ਜੀ ਬਿਰਾਜਮਾਨ ਹੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ, ਸਤ ਸੰਗਤ ਵਿੱਚ ਬੈਠ ਕੇ ਨਾਮ ਜਪਣਾ, ਗੁਰੂ ਕੀ ਬਾਣੀ ਸਰਵਣ ਕਰਨੀ। ਅਵਰ ਕਾਜ ਤੇਰੇ ਕਿਤੈ ਨਾ ਕਾਮ मेरे साध संगत भज केवल नाम। कोई पाउडर लैके बस्तर लैके शीशे को साफ कर दिए, ਉਹਦੇ ਵਿੱਚੋਂ ਸਰੂਪ ਦਿਸਣ ਲੱਗ ਪੈਂਦਾ। ਇਸੇ ਤਰ੍ਹਾਂ ਹੀ ਅੰਤਸ਼ਕਰਨ ਰੂਪੀ ਸ਼ੀਸ਼ੇ ਦੇ ਉੱਪਰ ਅਹੰਕਾਰ ਰੂਪੀ ਬੁੱਧੀ ਇਹ ਚਕਨਾਤ ਜੰਮੀ ਹੋਈ ਹੈ। ਵਿਕਾਰਾਂ ਰੂਪੀ ਘੱਟਾ ਪੈ ਪੈ ਕੇ ਆਪਣਾ ਸਰੂਪ ਵੀ ਭੁੱਲ ਗਿਆ। ਸਤਿਗੁਰੂ ਜੀ ਤਾਂ ਬਚਨ ਕਰਦੇ ਹਨ, ਮਨ ਤੋਂ ਜੋਤ ਸਰੂਪ ਹੈ अपना मूल पछाण। अपना मूल मुंड भुल गया। साध संगत जी वो गुरु साहब जी की सेवा ते सिमरन का अभ्यास मन में प्रेम ते श्रद्धा धारण करके ज्यों ज्यों असी करते हाँ त्यों त्यों अंतशकरण शुद्ध होना शुरू होता है ते फिर सुरत का टिका होना शुरू हो जाता। गुरु साहब जी भी बचन करते हैं कि ਭਰੀਏ ਹੱਥ ਪੈਰ ਤਨ ਦੇਹ। ਤਨ ਦੇਹ, ਉਹਦਾ ਤਨ ਦਾ ਅਰਥ ਵੀ ਦੇਹ ਹੈ ਤਾਂ ਦੇਹ ਦਾ ਅਰਥ ਵੀ ਦੇਹ ਹੈ ਸਰੀਰ। ਇੱਥੇ ਤਨ ਦਾ ਅਰਥ ਹੈ ਸਣੇ ਦੇ। ਹੱਥ ਪੈਰ ਘੱਟੇ ਮਿੱਟੀ ਨਾਲ ਜੇ ਭਰ ਜਾਣ ਤੇ ਸਰੀਰ ਮੈਲਾ ਕਚਾਲਾ ਹੋ ਜਾਏ, ਜਲ ਦੇ ਇਸ਼ਨਾਨ ਕਰਨ ਨਾਲ ਸਾਫ ਸੁਥਰਾ ਪਵਿੱਤਰ ਹੋ ਜਾਂਦਾ ਹੈ। मूल पनीति कपड़ होए दे साबुन लईए हो धोए। मल मूत्र दे नाल वस्त्र मैले कचैले हो जाण, साबण आदि दे नाल धोण करके वो स्वच्छ हो जाते हैं, साफ हो जाते हैं। इसे तरह ही सतगुरु जी बचन करते हैं, भरीए मत पापां कै संग ओह धोबे नावे कै रंग। गज के आखो सतनाम श्री वाहिगुरू। साड़ी मत नूं भी मैल लगी हुई है, जन्मां जन्मांतरां दी पापां रूपी मैल लगी हुई होण करके पता नहीं लगता की करना की नहीं करना। जो करना वो कर नहीं रहे तो जो करना सी वो हो नहीं रहा। कारण की है पता नहीं लग रहा। साध संगत जी सतगुरु जी बचन करते हैं, वो धोपै नावे कै रंग। रंग कहते हैं प्रेम नूं। जे ना मन विच प्रेम है ना शरधा है, पढ़ी तो जा रहे हैं, जपी जा रहे हाँ, पर टिका नहीं होता है, बिरती एकाग्र नहीं होती, क्योंकि ना मन विच प्रेम है ना शरधा है। ये नहीं भी वो पढ़िया होया व्यर्थ चले जाता। लाभ तो जरूर होंदा पर समा बहुत लगता। कई बार जन्म लग जाते हैं। इस करके बद्धे रुद्धे लई रसम समझ के नहीं गुरु साहब जी बचन करते हैं, बद्धा चट्टी जो भरे ना गुण ना उपकार सेती खुशी सवारी है नानक कारज सार। किसी को जबरदस्ती बन के कोई कारज करवा लिया जाए वो सही मायने में 100% ठीक नहीं होता, कोई ना कोई नुक्स जरूर रह जाता। जिहड़ा खुशी नाल कोई कारज किया जाए वो बिल्कुल सही होंदा, करन वाले नूं भी लाभ होंदा ते दूजियां नूं भी लाभ होंदा, उपकार होंदा दूजियां वास्ते। सो जदों भी वाहिगुरू जी दे ध्यान विच बैठना है, मन विच प्रेम ते श्रद्धा धारण करके मूल मंत्र गुर मंत्र गुरबाणी का नितनेम करना है। परम सत्कारयोग साध संगत जी, जीवन जिंदगी का समा बहुत कीमती समा है, मुकदा जा रहा है। सतगुरु जी बचन करते हैं साढ़े सारिया प्रति, आग्ञा करते हैं, करो बेनती सुनो मेरे मीता संत टहल की बेला। इहां खाट चलो हर लाह
आगे बसन सुहेला औद कटै दिन सरैणारे मन गुर मिल काज सवारे एहो संसार बेकार संशय में तरियो ब्रह्म ज्ञानी जिस है जगाए पियावे एहो रस अकथ कथा तिन जानी जंग आए सोई बेहज हर गुर ते मन वसेरा निज घर महल पावो सुख सहजे मोहर न होए गो फेरा। घरों कोई बाजार में वस्तु लैन जाइए कोई खरीद के घर नूं लैके आउणी है बहुत जरूरी जिहदी लोड़ है जे तो बिना सरदा नहीं ते जे जाके बाजार में चेता ही भुल जाए लैन की आए सी खरीदण की आए सी जो खरीदना सी वो खरीदिया नहीं होर ही कूड़ा करकट खरीद के घर नूं लै आए जिहड़ा किसी काम नहीं आउण वाला सी की लाभ होया। साध संगत जी सतगुरु जी बचन करते हैं जंग आए सोई बिहाज जिहड़ा सौदा खरीदण वास्ते परिपूर्ण परमेश्वर वाहिगुरु जी ने भेजिया ना संसार दे असीं आए हाँ सतगुरु जी कहते वो खरीदो हर गुर ते मन है बसेरा निज घर महल पावो सुख सहजे बहुर न होए गो फेरा जिस बखर को लैन तू आया राम नाम संतन कर पाया ताज अभिमान लेहो मन मोल राम नाम हृदय में तोल लाद खेब संत संचाल अवर त्याग बिख्या जंजाल धन धन कह सब कोए मुख उज्जल हर दरगह सोए एहो व्यापार बिरला व्यापार नानक तांक साध बलिहार गज के आखो सतनाम श्री वाहिगुरु। जीवन जिंदगी दे रजेबियां चो जिन्ना भी हो सके समा कढ़ के गुरु की बाणी का नितनेम करना सिमरन करना सत संगत करनी ये सच्चा धन वाहिगुरु जी का पावन पवित्र नाम रूपी सच्चा धन साडी जीव आत्मा दे नाल ही तुर परलोक तक जाता है सानू सचखंड तक लैके जाता है साडा साथ नहीं छड्डदा। बाकी सारे साथ संसार में दुनिया में रहिंदियां होया ही छड़ जाते हैं जह मात पिता सुत मीत न भाई मन ऊहा नाम तेरे संग सहाई। जिन्ना भी हो सके साध संगत जी अति प्रसन्नता हो रही है दास नूं जो आप जी दे दर्शन करन दा सुभाग दास नूं प्राप्त होया है। सत्कारयोग श्रीमान यानी गुरदेव सिंह जी ते गुरुद्वारा प्रबंधक कमेटी गुरु घर दे सारे सत्कारयोग सतगुरु जी दे प्यारे गुरसिख जो सेवा निभा रहे हैं अते समुचे तौर पर सारिया संगतां दा दास अपने वालों मिसल शहीदां तरला दल हरिया मेला जथेबंदी वालों रोम रोम करके आप जी का धन्यवाद करता हाँ गुरु साहब जी का धन्यवाद करता हाँ जिन्हों ने आप जी ने दर्शन करने का सुभाग दास नूं बख्शिश किया है। तो अति प्रसन्नता है गुरु साहब जी सारियां दे साडे सारियां दे कृपा करन। तकरीबन वाज सच्चे पातशाह जी के चरणों में बेनती करिए शब्द दियां दो पंक्तियां रहिंदियां हैं सारियां ने हाथ जोड़ के बेनती कर ली है सतगुरु श्री गुरु ग्रंथ साहब महाराज सच्चे पातशाह जी कृपा कर ली। अंतरजामी पुरख विधाते सरदा मन की पूरे नानक दास यह सुख मंग मुख कर संतन की धूरे। सैकटरी साहब जी ने आप जी को दसन का यतन किया है। साध संगत जी मिसल शहीदां तरना दल हरिया मेला जथेबंदी जिहदे पहले मुखी श्रीमान बाबा दीप सिंह जी शहीद होए हैं। दमदमी टकसाल के भी मुखी श्रीमान बाबा दीप सिंह जी शहीद सन ते मिसल शहीदां तरना दल के मुखी भी श्रीमान बाबा दीप सिंह जी शहीद सन जिन्हां दी कमान विच 5000 शस्त्रधारी घोड़सवार तैयार बर तैयार
हर वेले फौज उन्हां दी आग्या विच ये जथा दल उन्हां दे नाल रहिंदा सी। उसे तरह ही उस परंपरा नूं अगे तोड़दिया होया सचखंड वासी सत्कारयोग बाबा जी सिंह साहब, बाबा हरभजन सिंह साहब जी गाह जिदा जिदा गुरु साहब जी की सेवा बख्शिश की है, इस तरह ही कृपा रखनी, दास के सिर ते हथ रखना। गुरु साहब जी गुरुधामां की सेवा करवा रहे हैं अते श्री गुरु हरराय साहब कॉलेज जिहदे अंदर तकरीबन 1600 बच्चे उच्च विद्या प्राप्त कर रहे हैं। 6वीं जमात तो लैके BA MA तक दूरों दूरों बच्चे आके विद्या प्राप्त कर रहे हैं। श्री गुरु हरराय साहब चैरिटेबल हस्पताल ते सतगुरु जी के पावन पवित्र गुरधाम साध संगत जी, श्री गुरु हरराय साहब जो कॉलेज है अते सीनियर सैकेंडरी स्कूल है, श्री गुरु हरराय साहब चैरिटेबल हस्पताल है, ये अंदर तुसी बहुत बड़ा बितों वध योगदान पा के उस सेवा को संपूर्ण किया है। दास अपने वालों मिशन शहीदा तरनालाल हरिया मेला जथेबंदी वालों अते श्री गुरु हरराय साहब कॉलेज कमेटी वालों ते श्री गुरु हरराय साहब चैरिटेबल हस्पताल की कमेटी वालों रोम रोम करके आप जी का धन्यवाद करता हाँ। इन्होंने शब्दों नाल ही हाजरी प्रवान कर ली, भुलां चुकां ली खिमा बख्शिश कर ली। श्रीमान सत्कारयोग श्रीमान ज्ञानी गुरदेव सिंह जी ने आग्या की सी भी पौंडे साहब जी का जरूर दस्यो कि पौंडे साहब का बहुत लंबा इतिहास है। शहीदी साका जो उन्हें 2-2.5 घंटे चाहिए कितने फिर समा मिलिया आप जी के चरणों में बैठ के बेनती करांगा। आने वाले समय च कलगीधर पिता जी का गुरता गति दिवस आ रहा है। सारिया ही सिख संगतां कलगीधर पिता जी के गुरता गति दिवस की लख लख बधाई होवे। साध संगत जी, जदों सतगुरु सच्चे पातशाह 6वें पातशाह महाराज जी बाबा जी साहब बाबा बुढ़ा साहब जी के पास विराजमान सन, सचखंड जाने तो पहला बाबा जी ने पूछा, बाबा जी कोई मंगो गुरु घर विचों, कह लगे पातशाह तुसी इन्नी कृपा की है, कोई कमी रही नहीं किसी गल की। 3 बारी सतगुरां ने बचन किए, कह लगे पातशाह जे तुरठे हो ये सेवा दास की कुल विच ही रवे। ते साध संगत जी, बाबा जी साहब ने 6 सतगुरां की सेवा की, 8 के दर्शन किए ते 5 सतगुरां नूं गुरियाई गद्दी का तिलक दे के गुरियाई गद्दी ते सुशोभित किया। उन्होंने तो बाद उन्होंने फिर बेटे भाई साहब भाई भाना जी ते इस तरह ही उन्होंने अंश वंश विचों कलगीधर पिता जी के समय जदों गुरु पातशाह जी को गुरियाई गद्दी की सुशोभित होए पातशाह गुरुद्वारा दमदमा साहब भोरा साहब श्री आनंदपुर साहब विखे ते बाबा जी साहब राम कौर जी जिन्हों का छोटा पहला नाम से अमृत छक के फिर बाबा गुरबख्श सिंह जी बने बदेह मुक्त महापुरुष सन। उन्होंने सुरत देह तो शरीर तो उपर बदेह मुक्त देह नाल कोई संबंध ही नहीं सी, पूर्ण ब्रह्म ज्ञानी। उन्होंने अपने पवित्र हत्थां नाल कलगीधर पिता जी ने गुरियाई गद्दी का तिलक लाया। लिखा है इतिहास में लिखा होया मिलता ते गुरु पातशाह जी उस वेले 9-9.25 साल के सी ते बाबा जी साहब बाबा राम कौर जी बाबा गुरबख्श सिंह जी 3.5 साल के सी, अजे गोदी चक के लियाए ते बाबा जी ने अपने पवित्र हत्थां नाल कलगीधर पिता जी के मस्तक से गुरियाई गद्दी का तिलक दिता। सो सारिया संगतां नूं पातशाह जी की गुरियाई गद्दी का दिवस की भी लख लख बधाई होवे। होइयां भुलां दी खिमा। वाहिगुरू जी का खालसा वाहिगुरू जी की